ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਫਟਾਫਟ ਤੇ ਮੈਂ ਹਾਂ ਹਰਲੀਨ ਸੁਹਾਣਾ ਤੁਹਾਡੇ ਨਾਲ। ਅੱਜ ਦੀਆਂ ਖਬਰਾਂ 'ਚ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਪੇਪੈਲ ਤੇ ਕਿਸ ਨੇ ਕਰ ਦਿੱਤਾ ਹੈ ਮੁਕੱਦਮਾ, ਕਿਸ ਮੰਤਰੀ ਤੇ ਲਟਕ ਰਹੀ ਹੈ ਬਰਖਾਸਤਗੀ ਦੀ ਤਲਵਾਰ, ਕਿਹੜਾ ਵੱਡਾ ਬੈਂਕ ਕਰਨ ਜਾ ਰਿਹਾ ਹੈ ਆਪਣੇ ਸਟਾਫ ਨੂੰ ਫਾਇਰ ਤੇ ਆਸਟ੍ਰੇਲੀਆ ਦਾ ਕਿਹੜਾ ਸ਼ਹਿਰ ਬਣਿਆ ਹੈ ਸਭ ਤੋਂ ਘੱਟ ਅਫੋਰਡੇਬਲ। ਇਸ ਦੇ ਨਾਲ ਹੀ ਤੁਹਾਨੂੰ ਹੋਰ ਖਬਰਾਂ ਨਾਲ ਵੀ ਜਾਣੂ ਕਰਵਾਵਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ। ਪੁਲਿਸ ਇੱਕ ਗਨਮੈਨ ਦੇ ਨਾਲ ਨੈਗੋਸ਼ੀਏਟ ਕਰ ਰਹੀ ਹੈ ਜਿਸ ਤੇ ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ WA ਵੀਟ ਬੈਲਟ ਰੀਜਨ ਵਿਖੇ ਗ੍ਰੇਨ ਸਾਈਲੋ ਦੇ ਬਾਹਰ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ 25 ਸਾਲਾ ਲੌਕਲਿਨ ਬਾਉਲਸ ਦੇ ਲੁਕੇ ਹੋਣ ਦੀ ਥਾਂ ਪਤਾ ਲਗਾ ਲਈ ਹੈ। ਪੁਲਿਸ ਅਨੁਸਾਰ ਇਹ ਗਨਮੈਨ ਸਵੇਰੇ ਕੈਲਰਬੇਰਿਨ ਵਿਖੇ ਗ੍ਰੇਨ ਸਾਈਲੋ ਪਹੁੰਚਿਆ ਜਿੱਥੇ ਉਸਨੇ ਆਪਣੀ ਬੰਦੂਕ ਨਾਲ ਇੱਕ ਬੰਦੇ ਨੂੰ ਮਾਰ ਦਿੱਤਾ, ਫਿਰ ਉੱਥੋਂ ਫਰਾਰ ਹੋ ਗਿਆ ਪਰ ਆਪਣੀ ਬੰਦੂਕ ਪਿੱਛੇ ਹੀ ਛੱਡ ਗਿਆ। ਖੇਤਰਾਂ 'ਚ ਮਿਸ਼ਨ ਰੋਡ ਤੇ ਉਹ ਪੈਦਲ ਭੱਜਿਆ ਜਾ ਰਿਹਾ ਸੀ। ਉਸਨੇ ਕੈਮੋਫਲਾਜ ਕੱਪੜੇ ਪਾਏ ਹੋਏ ਸਨ। ਫਿਲਹਾਲ ਪੁਲਿਸ ਨੇ ਸ਼ਹਿਰ 'ਚ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਦਰਜਨਾਂ ਪੁਲਿਸ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ, ਪਰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਕਾਰਪੋਰੇਟ ਰੈਗੂਲੇਟਰ ਨੇ ਪੇਪਾਲ ਤੇ ਕੇਸ ਕਰ ਦਿੱਤਾ ਹੈ ਤੇ ਇਹ ਇਲਜ਼ਾਮ ਲਗਾਏ ਹਨ ਕਿ ਛੋਟੇ ਕਾਰੋਬਾਰਾਂ ਨਾਲ ਇਸ ਦੇ ਸਮਝੌਤੇ ਅਨਫੇਅਰ ਹਨ। ਐਸਿਕ ਨੇ ਪੇਪਾਲ ਆਸਟ੍ਰੇਲੀਆ ਤੇ ਅੱਜ ਫੈਡਰਲ ਕੋਰਟ 'ਚ ਇੱਕ ਕਲੌਜ਼ ਨੂੰ ਲੈ ਕੇ ਮੁਕੱਦਮਾ ਚਲਾਇਆ ਜੋ ਕਿ ਕਾਰੋਬਾਰਾਂ ਨੂੰ ਫੀਸਾਂ ਜਾਂ ਖਰਚਿਆਂ ਤੇ ਵਿਵਾਦ ਕਰਨ ਲਈ ਸਿਰਫ 60 ਦਿਨਾਂ ਦਾ ਸਮਾਂ ਦਿੰਦਾ ਹੈ। ਐਸਿਕ ਨੇ ਇਸ ਨੂੰ ਬੇਇਨਸਾਫੀ ਕਿਹਾ ਤੇ ਦੋਸ਼ ਲਗਾਇਆ ਕਿ ਜੇਕਰ ਕੋਈ ਕਾਰੋਬਾਰ 2 ਮਹੀਨਿਆਂ ਦੇ ਅੰਦਰ ਪੇਪਾਲ ਨੂੰ ਸੂਚਿਤ ਨਹੀਂ ਕਰਦਾ ਹੈ ਤਾਂ ਇਹ ਕਲੌਜ਼ ਪੇਪਾਲ ਨੂੰ ਓਵਰਚਾਰਜ ਕੀਤੀਆਂ ਗਈਆਂ ਫੀਸਾਂ ਰੱਖਣ ਦੀ ਇਜਾਜ਼ਤ ਦਿੰਦਾ ਹੈ। ਉਧਰ ਪੇਪਾਲ ਆਸਟ੍ਰੇਲੀਆ ਨੇ ਕਿਹਾ ਕਿ ਉਹ ਐਸਿਕ ਦੇ ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਤੇ ਉਹ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਤੇ ਐਸਿਕ ਦੇ ਨਾਲ ਪੂਰੇ ਸਹਿਯੋਗ ਨਾਲ ਕੰਮ ਕਰਨਗੇ। ਨਿਊ ਸਾਊਥ ਵੇਲਜ਼ ਦੇ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਨੇ ਬਰਖਾਸਤ ਕੀਤੇ ਗਏ ਮੰਤਰੀ ਟਿਮ ਕ੍ਰੈਕਨਥੌਰਪ ਤੇ ਮਿਨਿਸਟੀਰੀਅਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਦੇ ਦੋਸ਼ਾਂ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਪਿਛਲੇ ਮਹੀਨੇ ਸਾਬਕਾ ਸਕਿੱਲਜ਼ ਮੰਤਰੀ ਨੂੰ ਇਹਨਾਂ ਦਾਅਵਿਆਂ ਲਈ ਬਰਖਾਸਤ ਕਰ ਦਿੱਤਾ ਸੀ ਕਿ ਉਹ ਹੰਟਰ ਖੇਤਰ ਵਿੱਚ ਆਪਣੀ ਕਾਫੀ ਨਿੱਜੀ ਪਰਿਵਾਰਕ ਜ਼ਮੀਨ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਸਨ। ਕ੍ਰੈਕਨਥੌਰਪ ਦੀ ਨਿੱਜੀ ਪਰਿਵਾਰਕ ਜ਼ਮੀਨ ਵਿੱਚ ਬ੍ਰੌਡ ਮੈਡੋ ਵਿਖੇ ਇੱਕ ਇਮਾਰਤ ਸਮੇਤ ਲਗਭਗ 24 ਹੋਰ ਸੰਪਤੀਆਂ ਸ਼ਾਮਲ ਹਨ ਜੋ ਕਿ ਇਸ ਸਾਲ ਫਰਵਰੀ ਵਿੱਚ ਕ੍ਰੈਕਨਥੌਰਪ ਦੀ ਪਤਨੀ ਦੁਆਰਾ ਉਸ ਦੇ ਪਿਤਾ ਤੋਂ ਖਰੀਦੀਆਂ ਗਈਆਂ ਸਨ। ਸ਼੍ਰੀਮਾਨ ਮਿਨਜ਼ ਨੇ ਕਿਹਾ ਕਿ ਜੇਕਰ ਆਈਕੈਕ ਇੱਕ ਰਸਮੀ ਜਨਤਕ ਜਾਂਚ ਦੀ ਪੈਰਵੀ ਕਰਦਾ ਹੈ ਤਾਂ ਉਹ ਕ੍ਰੈਕਨਥੌਰਪ ਨੂੰ ਪਾਰਟੀ ਚੋਂ ਵੀ ਕੱਢਣ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਨਗੇ। ਨੈਸ਼ਨਲ ਆਸਟ੍ਰੇਲੀਆ ਬੈਂਕ NAB ਆਪਣੇ ਬੈਕ ਆਫਿਸ ਆਪਰੇਸ਼ਨਸ ਵਿੱਚ 222 ਨੌਕਰੀਆਂ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ। ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਬੈਂਕ NAB ਕਟੌਤੀਆਂ ਸੰਬੰਧੀ ਫਾਈਨੈਂਸ ਸਰਵਿਸਿਜ਼ ਯੂਨੀਅਨ FSU ਨਾਲ ਸਲਾਹ ਮਸ਼ਵਰੇ ਨੂੰ ਅੰਤਿਮ ਰੂਪ ਦੇ ਰਿਹਾ ਹੈ। ਰਿਡੰਡੈਂਸੀਜ਼, ਪਰਸਨਲ ਲੈਂਡਿੰਗ, ਟੈਕਨੋਲੋਜੀ, ਕਾਰਪੋਰੇਟ ਫਾਈਨੈਂਸ ਅਤੇ ਕਲਾਇੰਟ ਕਵਰੇਜ ਡਿਪਾਰਟਮੈਂਟਸ ਦੇ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਪ੍ਰਭਾਵਿਤ ਕਰਨਗੀਆਂ। FSU ਨੇ ਨੌਕਰੀਆਂ ਵਿੱਚ ਕਟੌਤੀ ਬਾਰੇ ਵਿਚਾਰ ਕਰਨ ਲਈ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ। FSU ਦੀ ਨੈਸ਼ਨਲ ਸੈਕਟਰੀ ਜੂਲੀਆ ਐਂਗ੍ਰਿਸਾਨੋ ਨੇ ਕਿਹਾ ਕਿ ਨੌਕਰੀਆਂ ਵਿੱਚ ਹੋਰ ਵੀ ਕਟੌਤੀ ਹੋ ਸਕਦੀ ਹੈ ਕਿਉਂਕਿ ਬੈਂਕ ਲਾਗਤ ਵਿੱਚ ਕਟੌਤੀ ਲਈ $400 ਮਿਲੀਅਨ ਦਾ ਟੀਚਾ ਰੱਖ ਰਿਹਾ ਹੈ। ਕਮੇਟੀ ਫॉर ਸਿਡਨੀ ਥਿੰਕ ਟੈਂਕ ਦੀ ਖੋਜ ਅਨੁਸਾਰ ਸਿਡਨੀ ਦੇ ਗੰਭੀਰ ਹਾਊਸਿੰਗ ਕ੍ਰਾਈਸਿਸ ਕਾਰਨ ਇਕਨੋਮੀ ਨੂੰ ਇੱਕ ਸਾਲ ਵਿੱਚ $10 ਬਿਲੀਅਨ ਦਾ ਵੱਧ ਖਰਚਾ ਆ ਰਿਹਾ ਹੈ। ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਦੁਨੀਆ ਭਰ ਦੇ ਸਿਰਫ 5 ਵੱਡੇ ਸ਼ਹਿਰ ਹੀ ਸਿਡਨੀ ਤੋਂ ਜ਼ਿਆਦਾ ਅਨਅਫੋਰਡੇਬਲ ਹਨ। ਰਿਸਰਚਰਸ ਨੇ ਪਾਇਆ ਕਿ ਲਾਗਤਾਂ ਯੰਗ ਸਿਡਨੀ ਸਾਈਡਰਸ ਦੁਆਰਾ ਸਭ ਤੋਂ ਵੱਧ ਮਹਿਸੂਸ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਉਹ ਆਪਣੇ ਕੰਮ ਦੇ ਨੇੜੇ ਕਿਫਾਇਤੀ ਰਿਹਾਇਸ਼ ਲੱਭਣ ਵਿੱਚ ਅਸਫਲ ਰਹਿ ਰਹੇ ਹਨ ਜਿਸ ਨਾਲ ਪ੍ਰੋਡਕਟਿਵਿਟੀ ਤੇ ਵੀ ਫਰਕ ਪੈ ਰਿਹਾ ਹੈ। ਸਮੱਸਿਆ ਬ੍ਰੇਨ ਡਰੇਨ ਨੂੰ ਤੇਜ਼ ਕਰਨ ਅਤੇ ਸ਼ਹਿਰ ਦੇ ਸਟਾਰਟਅਪ ਇਕੋਸਿਸਟਮ ਨੂੰ ਕੁਚਲਣ ਦੀਆਂ ਵੀ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ। ਸ਼ਹਿਰ ਦੀ ਔਸਤ ਪ੍ਰਾਪਰਟੀ ਪ੍ਰਾਈਸ ਔਸਤ ਆਮਦਨ ਨਾਲੋਂ 13 ਗੁਣਾ ਵੱਧ ਗਈ ਹੈ
ਕਿਰਾਏਦਾਰਾਂ ਵਿੱਚੋਂ 35% ਹਾਊਸਿੰਗ ਸਟ੍ਰੈਸ ਵਿੱਚ ਹਨ ਅਤੇ ਸ਼ਹਿਰ ਨਿਊਯਾਰਕ ਅਤੇ ਲੰਡਨ ਨੂੰ ਪਛਾੜਦੇ ਹੋਏ 6ਵਾਂ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਬਣ ਗਿਆ ਹੈ। ਸਿਰਫ ਹਾਂਗਕਾਂਗ, ਸੈਨ ਫਰਾਂਸਿਸਕੋ, ਸਿੰਗਾਪੁਰ, ਵੈਨਕੂਵਰ ਅਤੇ ਟੈਲ ਅਵੀਵ ਸਿਡਨੀ ਤੋਂ ਵੱਧ ਮਹਿੰਗੇ ਹਨ। ਨਿਊ ਸਾਊਥ ਵੇਲਜ਼ ਸਰਕਾਰ ਨੇ ਗ੍ਰਿਡ ਨਾਲ ਰੀਜਨਲ ਐਨਰਜੀ ਪ੍ਰੋਜੈਕਟਸ ਦੇ ਕਨੈਕਸ਼ਨ ਨੂੰ ਫਾਸਟ ਟਰੈਕ ਕਰਨ ਲਈ $800 ਮਿਲੀਅਨ ਦਾ ਐਲਾਨ ਕੀਤਾ ਹੈ, ਜਿਸ ਨਾਲ ਘਰਾਂ ਅਤੇ ਕਾਰੋਬਾਰਾਂ ਨੂੰ ਜਲਦੀ ਹੀ ਸਾਫ਼ ਅਤੇ ਸਸਤੀ ਬਿਜਲੀ ਮਿਲੇਗੀ। ਇਹਨਾਂ ਨਿਵੇਸ਼ਾਂ ਨੂੰ ਆਉਣ ਵਾਲੇ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਫੰਡਿੰਗ ਇਹ ਯਕੀਨੀ ਬਣਾਉਣ ਦਾ ਵਾਅਦਾ ਕਰਦੀ ਹੈ ਕਿ ਰਾਜ 2030 ਤੱਕ 12 ਗੀਗਾਵਾਟਸ ਨਵੀਂ ਰੀਨਿਊਏਬਲ ਐਨਰਜੀ ਉਤਪਾਦਨ ਅਤੇ 2 ਗੀਗਾਵਾਟ ਲੌਂਗ ਡਿਊਰੇਸ਼ਨ ਸਟੋਰੇਜ ਦੇ ਟੀਚੇ ਨੂੰ ਪੂਰਾ ਕਰ ਸਕੇਗਾ ਤੇ ਇਸ ਫੰਡਿੰਗ ਵਿੱਚ ਡਬਲ ਹੰਟਰ ਟਰਾਂਸਮਿਸ਼ਨ ਪ੍ਰੋਜੈਕਟ ਅਤੇ ਵਾਰਟਾ ਸੁਪਰ ਬੈਟਰੀ ਦੇ ਆਲੇ-ਦੁਆਲੇ ਸੈਂਟਰਲ ਵੈਸਟ ਔਰਾਨਾ ਰੀਨਿਊਏਬਲ ਐਨਰਜੀ ਜ਼ੋਨ ਲਈ ਸ਼ੁਰੂਆਤੀ ਕੰਮਾਂ ਦਾ ਸਮਰਥਨ ਕਰਨਾ ਸ਼ਾਮਲ ਹੋਵੇਗਾ। ਇਨਵਾਇਰਨਮੈਂਟ ਗਰੁੱਪਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ 'ਚ ਤੁਰੰਤ ਵਾਈਲਡ ਲਾਈਫ ਸੰਬੰਧੀ ਸੁਧਾਰਾਂ ਦੀ ਲੋੜ ਹੈ, ਕਿਉਂਕਿ 40 ਤੋਂ ਵੱਧ ਬੂਟਿਆਂ ਅਤੇ ਜਾਨਵਰਾਂ ਨੂੰ ਆਸਟ੍ਰੇਲੀਆ ਦੀ ਥ੍ਰੈਟਨਡ ਵਾਈਲਡ ਲਾਈਫ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਕ੍ਰੇਫਿਸ਼, ਫਰੌਗਸ, ਇਨਸੈਕਟਸ ਅਤੇ ਕਈ ਹੋਰ ਪੌਦੇ ਸ਼ਾਮਲ ਹਨ। ਇਹ ਸੂਚੀਆਂ ਉਦੋਂ ਆਈਆਂ ਹਨ ਜਦੋਂ ਪਿਲਬਰੈਸਕ ਨੇ ਇਸ ਹਫ਼ਤੇ ਜਾਰੀ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਜੰਗਲੀ ਬਿੱਲੀਆਂ ਨਾਲ ਨਜਿੱਠਣ ਲਈ ਇੱਕ ਰਾਸ਼ਟਰੀ ਯੋਜਨਾ ਦੇ ਡਰਾਫਟ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਕੰਜ਼ਰਵੇਸ਼ਨ ਫਾਊਂਡੇਸ਼ਨ ਨੇ ਕਿਹਾ ਕਿ ਨਵੀਆਂ ਸੂਚੀਆਂ ਵਾਤਾਵਰਣ ਵਿੱਚ ਜਲਦ ਸੁਧਾਰ ਦੀ ਲੋੜ ਨੂੰ ਉਜਾਗਰ ਕਰਦੀਆਂ ਹਨ। ਕੰਜ਼ਿਊਮਰ ਵਾਚਡੌਗ ਦੁਆਰਾ ਇੱਕ ਪ੍ਰਸਿੱਧ ਆਨਲਾਈਨ ਡੇਟਿੰਗ ਸਾਈਟ ਤੇ ਸਿੰਗਲਜ਼ ਨੂੰ ਉਹਨਾਂ ਦੇ ਮੈਚਸ ਦੀਆਂ ਧੁੰਦਲੀਆਂ ਫੋਟੋਆਂ ਦਿਖਾ ਕੇ ਉਹਨਾਂ ਨੂੰ ਮੈਂਬਰਸ਼ਿਪ ਰੀਨਿਊਅਲ ਦੇ ਚੱਕਰ ਵਿੱਚ ਫਸਾਉਣ ਦਾ ਦੋਸ਼ ਲਗਾਇਆ ਗਿਆ ਹੈ। ACCC ਨੇ US ਅਦਾਲਤ ਹਾਰਮਨੀ ਦੇ ਖਿਲਾਫ ਸੰਘੀ ਅਦਾਲਤ ਵਿੱਚ ਕਾਰਵਾਈ ਸ਼ੁਰੂ ਕੀਤੀ ਤੇ ਦੋਸ਼ ਲਗਾਇਆ ਕਿ ਇਸ ਨੇ ਮੈਂਬਰਸ਼ਿਪਸ ਦੀ ਕੀਮਤ, ਰੀਨਿਊਅਲ ਅਤੇ ਡਿਊਰੇਸ਼ਨ ਬਾਰੇ ਗੁੰਮਰਾਹਕੁਨ ਜਾਣਕਾਰੀ ਦੇ ਕੇ ਕੰਜ਼ਿਊਮਰ ਲਾਅ ਦੀ ਉਲੰਘਣਾ ਕੀਤੀ ਹੈ। ਵਾਚਡੌਗ ਨੇ ਦੋਸ਼ ਲਗਾਇਆ ਕਿ ਵੈਬਸਾਈਟ ਮੁਫਤ ਡੇਟਿੰਗ, 1 ਮਹੀਨੇ ਦੀ ਫ੍ਰੀ ਮੈਂਬਰਸ਼ਿਪ ਅਤੇ अर्ਲੀ ਕੈਂਸਲੇਸ਼ਨ ਦਾ ਝੂਠਾ ਇਸ਼ਤਿਹਾਰ ਦੇ ਕੇ ਗ੍ਰਾਹਕਾਂ ਨੂੰ ਸਾਈਨ ਅਪ ਕਰਨ ਲਈ ਲੁਭਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਯੂਜ਼ਰਸ ਕੰਪੈਟੀਬਿਲਿਟੀ ਕੁਇਜ਼ ਦੇ 80 ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਸਿਰਫ ਫ੍ਰੀ ਸਬਸਕ੍ਰਿਪਸ਼ਨ ਵਿੱਚ ਮੈਚਸ ਦੀ ਸਿਰਫ ਧੁੰਦਲੀ ਤਸਵੀਰ ਹੀ ਦੇਖ ਪਾਉਂਦੇ ਹਨ। ਆਸਟ੍ਰੇਲੀਆਈ ਸਰਕਾਰ ਜਨਤਕ ਇਮਾਰਤਾਂ ਦੀ ਤੁਰੰਤ ਜਾਂਚ ਕਰ ਰਹੀ ਹੈ ਕਿ ਉਹਨਾਂ ਵਿੱਚ ਏਰੇਟਿਡ ਕੰਕਰੀਟ ਵਰਤਿਆ ਗਿਆ ਹੈ ਜਾਂ ਨਹੀਂ, ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ ਤੇ UK ਦੇ ਦਰਜਨਾਂ ਸਕੂਲਾਂ ਨੂੰ ਇਸ ਕੰਕਰੀਟ ਨਾਲ ਬਣੇ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਹ ਕੰਕਰੀਟ ਇਮਾਰਤਾਂ ਦੇ ਢਹਿਣ ਦੇ ਖਤਰੇ ਨੂੰ ਵਧਾ ਦਿੰਦਾ ਹੈ। UK ਵਿੱਚ ਕਈ ਇਮਾਰਤਾਂ ਇਹਨਾਂ ਲਾਈਟਵੇਟ ਕੰਕਰੀਟ ਪੈਨਲਸ ਨਾਲ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਰੀਇਨਫੋਰਸਡ ਆਟੋਕਲੇਵਡ ਏਰੇਟਿਡ ਕੰਕਰੀਟ ਜਾਂ ਰੈਕ ਕਿਹਾ ਜਾਂਦਾ ਹੈ ਤੇ ਇਸ ਨੂੰ ਆਸਟ੍ਰੇਲੀਆ ਵਿੱਚ ਆਮ ਤੌਰ ਤੇ AAC ਵਜੋਂ ਜਾਣਿਆ ਜਾਂਦਾ ਹੈ। ਇਹ 30 ਸਾਲਾਂ ਤੱਕ ਹੀ ਚੱਲਦਾ ਹੈ, ਜਿਸ ਕਾਰਨ ਇਹ ਘੱਟ ਟਿਕਾਊ ਹੁੰਦਾ ਹੈ। ਹਾਲਾਂਕਿ ਇਹ ਮਟੀਰੀਅਲ ਆਸਟ੍ਰੇਲੀਆ ਵਿੱਚ ਇਮਾਰਤਾਂ ਦੇ ਕੁਝ ਹਿੱਸਿਆਂ ਤੇ ਦੀਵਾਰਾਂ ਬਣਾਉਣ ਲਈ ਹੀ ਵਰਤਿਆ ਜਾਂਦਾ ਹੈ, ਨਾ ਕਿ UK ਦੀ ਤਰ੍ਹਾਂ ਛੱਤਾਂ ਬਣਾਉਣ ਦੇ ਲਈ, ਜਿਸ ਕਾਰਨ ਆਸਟ੍ਰੇਲੀਆ ਦੇ ਵਿੱਚ ਇਸ ਸੰਬੰਧੀ ਖਤਰਾ ਘੱਟ ਹੈ। ਪਰ ਫਿਰ ਵੀ ਆਸਟ੍ਰੇਲੀਅਨ ਬਿਲਡਿੰਗ ਕੋਡਸ ਬੋਰਡ ਇਸ ਸੰਬੰਧੀ ਜਾਣਕਾਰੀ ਤੇ ਧਿਆਨ ਰੱਖ ਰਿਹਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਫਟਾਫਟ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿੱਦਾਂ ਲੱਗੀਆਂ ਖਬਰਾਂ ਫਟਾਫਟ।